ਦਰਸ਼ਕੋ, ਪੰਜਾਬਨਾਮਾ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਸ਼ੋਅ ਦੇ ਵਿੱਚ ਸਾਡੇ ਨਾਲ ਪੰਜਾਬ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਮੁਹੰਮਦ ਖਾਲਿਦ ਹਨ, ਜਿਨ੍ਹਾਂ ਨਾਲ ਅਸੀਂ ਪਿਛਲੇ ਕੋਈ 3 ਦਿਨ ਪਹਿਲਾਂ ਇੱਕ ਪ੍ਰੋਗਰਾਮ ਕੀਤਾ ਸੀ ਅਫਗਾਨਿਸਤਾਨ ਦੀ ਸਥਿਤੀ ਦੇ ਵਿੱਚ। ਉਸ ਦਿਨ ਵੀ ਉਹਨਾਂ ਦਾ ਕਹਿਣਾ ਸੀਗਾ ਅਫਗਾਨਿਸਤਾਨ ਦੀ ਸਥਿਤੀ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਤੇ ਕੱਲ੍ਹ ਤਾਲਿਬਾਨ ਦਾ ਅਫਗਾਨਿਸਤਾਨ ਦੇ ਉੱਪਰ ਕਬਜ਼ਾ ਹੋ ਗਿਆ ਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਉਪ ਰਾਸ਼ਟਰਪਤੀ ਦੇਸ਼ ਛੱਡ ਕੇ ਭੱਜ ਚੁੱਕੇ ਆ ਤੇ ਇਸ ਵੇਲੇ ਜਿਹੜੀ ਸਥਿਤੀ ਹੈ ਉਹ ਤਾਲਿਬਾਨ ਦਾ ਕਬਜ਼ਾ ਉੱਥੇ ਹੋ ਗਿਆ ਤੇ ਇਸ ਖਿੱਤੇ ਦੇ ਵਿੱਚ ਆਈ ਇਸ ਤਬਦੀਲੀ ਦਾ ਭਾਰਤ ਦੇ ਉੱਪਰ ਤੇ ਕੀ ਅਸਰ ਪਏਗਾ ਤੇ ਅਮਰੀਕਾ, ਇਜ਼ਰਾਈਲ ਤੇ ਭਾਰਤ ਜਿਹੜਾ ਇਹਨਾਂ ਦਾ ਇਸ ਖਿੱਤੇ ਦੇ ਵਿੱਚ ਜਿਹੜਾ ਪ੍ਰਭਾਵ ਆ ਉਹ ਘਟੇਗਾ ਨਹੀਂ, ਜਾਂ ਜਿਹੜਾ ਨਵਾਂ ਇੱਕ ਗੱਠਜੋੜ ਬਣ ਰਿਹਾ ਚੀਨ, ਪਾਕਿਸਤਾਨ ਤੇ ਇਹ ਜਿਹੜਾ ਦੋਨਾਂ ਦੇਸ਼ਾਂ ਦਾ ਤੇ ਤੀਜਾ ਅਫਗਾਨਿਸਤਾਨ ਦਾ ਬਣੇਗਾ, ਇਹਦਾ ਕੀ ਇੰਪੈਕਟ ਪਏਗਾ ਸਾਡੇ ਖਿੱਤੇ ਤੇ, ਕੀ ਚੇਂਜਸ ਆਉਣਗੀਆਂ? ਇਹਦੇ ਬਾਰੇ ਪ੍ਰੋਫੈਸਰ ਸਾਹਿਬ ਤੋਂ ਜਾਣਦੇ ਹਾਂ। ਪ੍ਰੋਫੈਸਰ ਸਾਹਿਬ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਇਹ ਜਿਹੜੀ ਅਫਗਾਨਿਸਤਾਨ ਦੇ ਵਿੱਚ ਤਬਦੀਲੀ ਆਈ ਆ ਇਹਦਾ ਕੀ ਫਰਕ ਪਏਗਾ? ਜੰਮੂ ਸਾਹਿਬ, ਅਫਗਾਨਿਸਤਾਨ ਦੇ ਵਿੱਚ ਜਿਹੜੀ ਤਬਦੀਲੀ ਆਈ ਹੈ ਇੱਕ ਬੜੀ ਰਿਮਾਰਕੇਬਲ ਚੇਂਜ ਹੈ। ਹਾਂਜੀ, ਸਾਊਥ ਔਰ ਸੈਂਟਰਲ ਏਸ਼ੀਆ ਦੀ ਜੀਓਪੋਲਿਟੀਕਲ ਸਥਿਤੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ। ਦੇਖੋ, ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਤਾਲਿਬਾਨ ਜਿਸ ਵੇਲੇ ਦੁਬਾਰਾ ਸੱਤਾ ਦੇ ਵਿੱਚ ਆਏ ਹੈ ਬਾਈ ਫੋਰਸ, ਉੱਥੇ ਉਹਦੇ ਵਿੱਚ ਕੰਟੀਨਿਊਟੀ ਤੇ ਚੇਂਜ ਦੋਨੇ ਚੀਜ਼ਾਂ ਹੈ। ਅੱਛਾ ਜੀ, 20 ਸਾਲ ਪਹਿਲਾਂ ਆਈ ਸੀ ਤਾਲਿਬਾਨ, ਪਹਿਲਾਂ ਜਾਣਾ ਪਿਆ ਸੀ 20 ਸਾਲ ਇਹਨਾਂ ਪਹਿਲਾਂ। ਦੇਖੋ, ਚੇਂਜ ਵੀ ਹੈ ਤੇ ਕੰਟੀਨਿਊਟੀ ਵੀ ਹੈ, ਦੋਨੋਂ ਚੀਜ਼ਾਂ। ਚੇਂਜ ਇਹ ਹੈਗੀ ਹੈ ਕਿ ਤਾਲਿਬਾਨ ਨੇ ਕਹਿਤਾ ਕਿ ਸਾਰਿਆਂ ਨੂੰ ਆਮ ਮਾਫੀ ਹੈ, ਅਫਸਰਾਂ ਨੂੰ ਜਿਹੜੇ ਕਿ ਪਿਛਲੀ ਸਰਕਾਰ ਦੇ ਵਿੱਚ ਕੰਮ ਕਰਦੇ ਸੀਗੇ, ਹਿਊਮਨ ਰਾਈਟਸ ਦੀ ਕੋਈ ਵਾਇਲੇਸ਼ਨ ਨਹੀਂ ਹੋਊਗੀ, ਔਰਤਾਂ ਦੇ ਜਿਹੜੇ ਹਕੂਕ ਹੈ ਉਹਨਾਂ ਦੀ ਅਸੀਂ ਨਿਗਰਾਨੀ ਕਰਾਂਗੇ। ਇਹ ਇੱਕ ਚੇਂਜ ਹੈ। ਇਸ ਦਾ ਮਤਲਬ ਜਿਹੜੇ ਤਾਲਿਬਾਨ ਨੇ ਪਿਛਲੇ ਸਮੇਂ ਦੇ ਵਿੱਚ ਕਾਫੀ ਕੁਝ ਸਿੱਖਿਆ ਲੱਗਦਾ। ਹਾਂ, ਸਿੱਖਿਆ। ਔਰ ਦੂਸਰੀ ਚੀਜ਼ ਇਹ ਹੈਗੀ ਹੈ ਕਿ ਕਾਬੁਲ ਦੇ ਵਿੱਚ ਉਹਨਾਂ ਦੀ ਐਂਟਰੀ ਬਿਨਾਂ ਕਿਸੇ ਲੜਾਈ ਤੋਂ, ਬਿਨਾਂ ਕਿਸੇ ਵਾਇਲੈਂਸ, ਔਰ ਉਹਨਾਂ ਦਾ ਕਬਜ਼ਾ ਜਿਹੜਾ ਹੈਗਾ ਉੱਥੇ ਦੇ ਪ੍ਰੈਜ਼ੀਡੈਂਸ਼ੀਅਲ ਪੈਲੇਸ ਦੇ ਉੱਪਰ, ਉਹਦੇ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਥੋੜਾ ਜਿਹਾ ਰਿਫਾਈਨਡ ਕਿਸਮ ਦਾ ਤਾਲਿਬਾਨ ਹੈ। ਉਹ ਤਾਲਿਬਾਨ ਨਹੀਂ ਤਾਂ ਜਿਹੜਾ ਬਿਲਕੁਲ ਹੀ ਰਿਊਡੀਮੈਂਟਰੀ ਆਪਾਂ ਨੇ 20 ਸਾਲ ਪਹਿਲਾਂ ਦੇਖਿਆ ਸੀ। ਠੀਕ, ਕੰਟੀਨਿਊਟੀ ਇਹਦੇ ਵਿੱਚ ਇਹ ਹੈਗੀ ਹੈ ਕਿ ਜਿਸ ਵੇਲੇ ਤਾਲਿਬਾਨ ਦੇ ਹੱਥੋਂ ਸਰਕਾਰ ਗਈ ਹੈ, ਜਦ ਅਮਰੀਕਨ ਫੋਰਸਿਸ ਆਈਆਂ ਅਫਗਾਨਿਸਤਾਨ ਦੇ ਵਿੱਚ 20 ਸਾਲ ਪਹਿਲਾਂ, ਉਸ ਵੇਲੇ ਮੁੱਲਾ ਉਮਰ ਦੀ ਹੁਕੂਮਤ ਸੀ। ਅੱਜ ਜਿਹੜੀ ਵਾਇਰਲ ਵੀਡੀਓ, ਵਾਇਰਲ ਫੋਟੋਜ਼ ਤੁਸੀਂ ਦੇਖ ਰਹੇ ਹੋ, ਉੱਥੇ ਦੇ ਪ੍ਰੈਜ਼ੀਡੈਂਸ਼ੀਅਲ ਪੈਲੇਸ ਦੇ ਵਿੱਚ ਕੁਰਸੀ ਦੇ ਉੱਪਰ ਬੈਠੇ ਆਲੇ ਦੁਆਲੇ ਤਾਲਿਬਾਨ ਖੜੇ ਹੈ, ਉਹਨਾਂ ਵਿੱਚ ਜਿਹੜਾ ਬੰਦਾ ਬੈਠਾ ਹੈ ਉਹ ਮੁੱਲਾ ਯਾਕੂਬ ਹੈ, ਜਿਹੜਾ ਕਿ ਮੁੱਲਾ ਉਮਰ ਦਾ ਬੇਟਾ ਹੈ। ਅੱਛਾ, ਇਹ ਕੰਟੀਨਿਊਟੀ। ਠੀਕ ਠੀਕ, ਕੰਟੀਨਿਊਟੀ ਇਹ ਵੀ ਹੈਗੀ ਹੈ ਕਿ ਦੁਬਾਰਾ ਤੋਂ ਅਫਗਾਨਿਸਤਾਨ ਦਾ ਨਾਂ ਉਹਨਾਂ ਨੇ ਇਸਲਾਮਿਕ ਰਿਪਬਲਿਕ ਆਫ ਅਫਗਾਨਿਸਤਾਨ ਕਰਤਾ ਹੈ। ਅੱਛਾ, ਜਿਹੜਾ ਕਿ ਅਮਰੀਕਨ ਨੇ ਆ ਕੇ ਰਿਪਬਲਿਕ ਆਫ ਅਫਗਾਨਿਸਤਾਨ ਕਰਤਾ ਸੀ। ਠੀਕ ਠੀਕ, ਇਸ ਕਰਕੇ ਇਹਨੂੰ ਦੋਨੇ ਤਰੀਕੇ ਨਾਲ ਦੇਖਿਆ ਜਾਂਦਾ ਹੈ। ਔਰ ਵੈਸਟਰਨ ਤਾਕਤਾਂ, ਅਮਰੀਕਾ ਇਹ ਚਾਹੁੰਦਾ ਸੀਗਾ ਕਿ ਅਗਰ ਤੁਸੀਂ ਸੱਤਾ ਦੇ ਵਿੱਚ ਆਉਣੇ ਆ, ਜਿਹੜੀ ਕਿ ਦੋਹਾ ਦੇ ਵਿੱਚ ਮੁਲਾਕਾਤਾਂ ਵਾਰਤਾਲਾਪ ਹੋਈ ਸੀ, ਤਾਂ ਸਾਡੀਆਂ ਕੁਝ ਸ਼ਰਤਾਂ ਹੈਗੀਆਂ, ਜਿਵੇਂ ਕਿ ਜਿਹੜੇ ਫੋਰਨਰਸ ਹੈਗੇ ਆ ਉੱਥੇ, ਉਹਨਾਂ ਨੂੰ ਕੁਝ ਨਹੀਂ ਕਿਹਾ ਜਾਏਗਾ, ਫੋਰਨ ਫੋਰਸਿਸ ਨਾਲ ਲੜਾਈ ਝਗੜਾ ਨਹੀਂ ਕਰੋਗੇ, ਹਿਊਮਨ ਰਾਈਟਸ ਦੀ ਵਾਇਲੇਸ਼ਨ ਵਗੈਰਾ ਹੈਗਾ, ਇਹ ਚੀਜ਼ਾਂ ਨੂੰ ਉਹਨਾਂ ਨੇ ਐਡਹਰ ਕੀਤਾ। ਔਰ ਇੱਕ ਹੋਰ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਜੰਮੂ ਸਾਹਿਬ, ਕਿ ਟ੍ਰਾਂਸਫਰ ਆਫ ਪਾਵਰ ਤਾਂ ਕਿ ਸੁਚੱਜੇ ਢੰਗ ਦੇ ਨਾਲ ਹੋਵੇ, ਇਸ ਕਰਕੇ ਇੱਕ ਕਮੇਟੀ ਗਠਿਤ ਕਰਤੀ ਹੈ। ਅੱਛਾ ਜੀ, ਉਹ ਕਮੇਟੀ ਦੇ ਵਿੱਚ 3 ਬੜੇ ਇੰਪੋਰਟੈਂਟ ਬੰਦੇ ਹੈ। ਕੌਣ ਕੌਣ? ਇੱਕ ਤਾਂ ਹਾਮਿਦ ਕਰਜ਼ਈ, ਅੱਛਾ ਜੀ, ਜਿਹੜੇ ਕਿ ਪਹਿਲਾਂ ਉੱਥੇ ਪ੍ਰੈਜ਼ੀਡੈਂਟ ਸੀ। ਹਾਂਜੀ ਹਾਂਜੀ, ਪਹਿਲਾਂ ਰਹੇ। ਹਾਂ, ਦੂਸਰੇ ਗੁਲਬੁੱਦੀਨ ਹਿਕਮਤਿਆਰ, ਅੱਛਾ ਜੀ, ਜਿਹੜੇ ਕਿ ਬੜੇ ਨੋਨ ਫਿਗਰ ਹੈਗੇ ਆ ਤਾਲਿਬਾਨ ਦੇ। ਔਰ ਤੀਸਰਾ ਹੈਗਾ ਅਬਦੁੱਲਾ। ਅੱਛਾ, ਇਹਨਾਂ ਤਿੰਨਾਂ ਦੀ ਇੱਕ ਕਮੇਟੀ ਬਣਾਤੀ ਹੈ ਜਿਹੜੀ ਕਿ ਟ੍ਰਾਂਸਫਰ ਆਫ ਪਾਵਰ ਨੂੰ ਪੀਸਫੁਲ ਢੰਗ ਦੇ ਨਾਲ ਸੁਨਿਸ਼ਚਿਤ ਕਰੇ। ਇਹ ਪ੍ਰੋਫੈਸਰ ਹਾਮਿਦ ਕਰਜ਼ਈ ਜਦੋਂ ਰਾਸ਼ਟਰਪਤੀ ਸੀ ਉਦੋਂ ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਉਹਨਾਂ ਦੀ ਹਾਲਤ ਜਿਹੜੀ ਹੈ ਨਾ ਕਾਬਲ ਦੇ ਮੇਅਰ ਵਰਗੀ ਹੈ ਇੱਕ ਸ਼ਹਿਰ ਦੇ,
ਯੈਸ 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 ਯੈਸ, ਇਹ ਕਿਹਾ ਜਾਂਦਾ ਸੀਗਾ। ਲੇਕਿਨ ਇਹ ਇੱਕ ਅੱਛੀ ਗੱਲ ਹੈਗੀ ਹੈ ਕਿ ਟ੍ਰਾਂਸਫਰ ਆਫ ਪਾਵਰ ਬਲੱਡ ਸ਼ੈਡ ਤੋਂ ਬਿਨਾ ਹੋ ਰਿਹਾ। ਅੱਛਾ, ਦੂਸਰੀ ਗੱਲ ਇਹ ਹੈਗੀ ਹੈ ਕਿ ਗਨੀ ਦਾ ਉੱਥੋਂ ਚਲੇ ਜਾਣਾ, ਅਸ਼ਰਫ ਗਨੀ, ਅਸ਼ਰਫ ਗਨੀ ਦਾ ਉੱਥੋਂ ਚਲੇ ਜਾਣਾ, ਹਾਂਜੀ ਉਹਦੇ ਨਾਲ ਕੀ ਸੀਗਾ ਕਿ ਉਹ ਕਹਿੰਦਾ ਵੀ ਉੱਥੇ ਬਲੱਡ ਸ਼ੈਡ ਨਾ ਹੋਵੇ, ਇਸ ਕਰਕੇ ਮੈंने ਕਿਹਾ मैं बात, ਉਹ ਤਾਜਿਕਿਸਤਾਨ ਚਲੇ ਗਏ। ਹਾਂਜੀ ਉਹ ਹਾਂਜੀ ਟੈਂਪਰੇਰੀ ਹੈ ਜਾਂ ਕੁਝ ਹੈ। ਹਾਮਦ ਕਰਜ਼ਈ ਨੇ ਕਿਹਾ ਮੈਂ ਆਪਣੀ ਫੈਮਿਲੀ ਦੇ ਨਾਲ ਇੱਥੇ ਰਹਾਂਗਾ, ਮੈਨੂੰ ਕੋਈ ਪ੍ਰੋਬਲਮ। ਠੀਕ, ਇਹ ਤਾਂ ਹੈਗਾ ਉਹਨਾਂ ਦਾ ਇੰਟਰਨਲ ਮਾਮਲਾ। ਹਾਂਜੀ ਜਿੱਥੇ ਤੱਕ ਐਕਸਟਰਨਲ ਮਾਮਲੇ ਦਾ ਸਵਾਲ ਹੈ, ਤੁਸੀਂ ਦੇਖੋ ਰਸ਼ੀਆ ਨੇ ਕਹਿਤਾ ਕਿ ਸਾਡੀ ਐਮਬੈਸੀ ਨਾਰਮਲ ਢੰਗ ਨਾਲ ਕੰਮ ਕਰਦੀ ਰਹੇ, ਠੀਕ, ਅਸੀਂ ਆਪਣਾ ਕੋਈ ਐਮਬੈਸੀ ਚੋਂ ਬੰਦਾ ਬਾਹਰ ਨਹੀਂ ਲੈ ਕੇ ਜਾਣਾ। ਚਾਈਨਾ ਦੀ ਐਮਬੈਸੀ ਨਾਰਮਲ ਢੰਗ ਨਾਲ ਕੰਮ ਕਰ ਰਹੀ ਹੈ, ਹਾਂਜੀ ਪਾਕਿਸਤਾਨ ਦੀ ਐਮਬੈਸੀ ਨਾਰਮਲ ਢੰਗ ਨਾਲ ਕੰਮ ਕਰ ਰਹੀ ਹੈ। ਬਾਕੀ ਦੇ ਜਿਹੜੇ ਵੈਸਟਰਨ ਕੰਟਰੀਜ਼ ਹੈ ਉਹਨਾਂ ਨੇ ਆਪਣੀ ਐਮਬੈਸੀਜ਼ ਟੈਂਪਰੇਰੀਲੀ ਕਲੋਜ਼ ਕਰਤੀਆਂ, ਆਪਣੇ ਬੰਦੇ ਕੱਢ ਰਹੇ ਹੈ, ਭਾਰਤ ਨੇ ਵੀ ਆਪਣੇ ਕੱਢ ਲਏ ਨਾ। ਇਨਕਲੂਡਿੰਗ ਇੰਡੀਆ। ਕੱਲ ਲਾਸਟ ਫਲਾਈਟ ਜਿਹੜੀ ਹੈਗੀ ਆ 139 ਜਾਂ ਕਿੰਨੇ ਬੰਦੇ ਲੈ ਕੇ ਆਈ ਹੈ। 129 ਬੰਦੇ। ਤਾਂ ਇਹਦਾ ਮਤਲਬ ਹੈਗਾ ਇੱਥੋਂ ਸਾਰੀ ਗੇਮ ਕਲੀਅਰ ਹੋਣ ਲੱਗ ਗਈ ਹੈ ਹਾਂਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੌਣ ਹੱਕ 'ਚ ਹੋਏਗਾ ਤੇ ਕੌਣ ਖਿਲਾਫ ਹੋਏਗਾ। ਹਾਂਜੀ ਇਹ ਜਿਹੜੀ ਗੇਮ ਹੈ, ਇਸ ਹਾਂਜੀ ਗੇਮ ਦੇ ਵਿੱਚ ਤੁਸੀਂ ਦੇਖੋਗੇ ਰਸ਼ੀਆ ਜਿਹੜਾ ਹੈਗਾ ਉਹ ਇੱਥੇ ਰਹੇਗਾ, ਔਰ ਰਸ਼ੀਆ ਤਾਲਿਬਾਨ ਦੇ ਨਾਲ ਡੀਲ ਵੀ ਕਰੇਗਾ, ਰਸ਼ੀਆ ਦੇ ਨਾਲ ਤਾਲਿਬਾਨ ਡੀਲ ਕਰਨਗੇ। ਹਾਂਜੀ ਕਿਉਂਕਿ ਬਹੁਤ ਸਾਰੇ ਕੰਟਰੀਜ਼ ਨੇ ਕਿਹਾ ਇਨਕਲੂਡਿੰਗ ਇੰਡੀਆ ਹਾਂਜੀ ਕਿ ਜਿਹੜੀ ਵੀ ਬਾਈ ਫੋਰਸ ਸ਼ਕਤੀ ਬਾਈ ਫੋਰਸ ਜਿਹੜੀ ਵੀ ਸਰਕਾਰ ਬਣੂਗੀ ਅਫਗਾਨਿਸਤਾਨ ਦੇ ਵਿੱਚ, ਅਸੀਂ ਉਹਨੂੰ ਰਿਕਗਨਾਈਜ਼ ਨਹੀਂ ਕਰਾਂਗੇ। ਇੰਡੀਆ ਨੇ ਵੀ ਇਹ ਕੀਤੀ, ਹਾਂਜੀ ਲੇਕਿਨ ਰਸ਼ੀਆ ਉਹਦੇ ਨਾਲ ਡੀਲ ਕਰੇਗਾ, ਰਸ਼ੀਆ ਰਿਕਗਨਾਈਜ਼ ਕਰੇਗਾ। ਠੀਕ, ਅਗਰ ਇੰਡੀਆ ਰਿਕਗਨਾਈਜ਼ ਕਰਦਾ ਜਾਂ ਨਹੀਂ ਕਰਦਾ, ਉਹਨਾਂ ਦਾ ਅਫਗਾਨਿਸਤਾਨ ਤੋਂ ਅੱਜ ਦੀ ਘੜੀ ਕੋਈ ਫਰਕ ਨਹੀਂ ਪੈਂਦਾ। ਠੀਕ, ਚਾਈਨਾ ਡੈਫੀਨੇਟਲੀ ਡੀਲ ਕਰੇਗਾ। ਵਜ੍ਹਾ ਕੀ ਹੈ? ਹਾਂਜੀ ਇਹ ਕਿਹਾ ਜਾਂਦਾ ਹੈ ਕਿ ਰਸ਼ੀਅਨਸ ਜਿਹੜੇ ਸੀਗੇ ਅਫਗਾਨਿਸਤਾਨ ਚ ਆਏ, ਉਹ ਟੈਂਕਾਂ ਤੇ ਬੈਠ ਕੇ ਆਏ ਸੀਗੇ। ਹਾਂਜੀ ਅਮਰੀਕਨ ਜਿਸ ਵੇਲੇ ਅਫਗਾਨਿਸਤਾਨ ਚ ਆਏ, ਉਹ ਵੀ ਟੈਂਕਾਂ ਤੇ ਤੋਪਾਂ ਤੇ ਬੈਠ ਕੇ ਆਏ थे। ਚਾਈਨਾ ਬੁਲਡੋਜ਼ਰ ਤੇ ਕ੍ਰੇਨਾਂ ਲੈ ਕੇ ਆਊਗਾ ਕੰਸਟਰਕਸ਼ਨ ਵਾਸਤੇ। ਠੀਕ ਠੀਕ ਠੀਕ, ਬੁਨਿਆਦੀ ਚਾਈਨਾ ਤਬਦੀਲੀ। ਜਿਹੜਾ ਹੈ एक बहुत मेजर तब्दीली आएगी। चाइना चुप करते काम करेगा और चाइना इतने बिल्डअप करेगा। ठीक ठीक ठीक, ये एक बहुत मेजर होएगा। उसके हाँ बाद जाएगा ईरान। हाँ जी, ईरान ਜਿਹੜਾ ਹੈਗਾ ਉਹ ਵੀ अच्छे रिलेशंस तालिबान ਨਾਲ ਰੱਖੇਗਾ, और ईरान ਦੇ अगेंस्ट कोई कुछ कर भी नहीं सकता क्योंकि वो ऑलरेडी सैंक्शन ਉਹਦੇ ਕੋਲ ਬਥੇਰੀਆਂ ਲੱਗੀਆਂ हाँ जी हाँ जी हाँ जी, ਉਹਨਾਂ ਨੂੰ ਸੈਂਕਸ਼ਨਾਂ ਦਾ ਕੋਈ ਉਹ। ਜਿਹੜੇ ਕੁਝ ਕੰਟਰੀਜ਼ ਮੁਸਲਿਮ ਵਰਲਡ ਦੇ ਚੁੱਪ ਕਰੇ ਬੈਠੇ, यूएई है एक इंपॉर्टेंट कंट्री है, सऊदी अरेबिया, उन्होंने हज तक कोई अपने पत्ते नहीं खोले, लेकिन डेफिनेटली वो तालिबान दे नाल डील करेंगे। ठीक ठीक, टर्की हजे बिल्कुल सैपरेट है क्योंकि टर्की अगेंस्ट चल रहा सीगा। पाकिस्तान की भूमिका बड़ी इंपॉर्टेंट हो जाएगी हाँ आने जी। वाले दिनों दे विच, क्योंकि भारत सरकार ਦਾ ਕੋਈ ਪ੍ਰਤੀਕਰਮ ਆਇਆ ਇਹਦੇ ਤੇ? हजे तक भारत सरकार ਦਾ ਕੋਈ ਵੀ ਕਿਸੇ ਕਿਸਮ ਦਾ ਪ੍ਰਤੀਕਰਮ ਇਹਦੇ ਉੱਪਰ ਨਹੀਂ ਆਇਆ ਹੈ। ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਤੇ ਚਿੰਤਾ ਜ਼ਾਹਰ ਕਰਦੀ ਵੀ ਇਹ ਜਿਹੜੀ ਤਬਦੀਲੀ ਹੋਈ ਭਾਰਤ ਲਈ ਚਿੰਤਾਜਨਕ ਹੈ, ਪਰੇਸ਼ਾਨੀਆਂ ਖੜੀਆਂ ਕਰਨ ਵਾਲੀ। ਉਹ ਚਿੰਤਾਜਨਕ ਕਿਉਂ ਆ ਵੀ ਮੈਂ ਤੁਹਾਨੂੰ ਦੱਸ ਦਿੰਦਾ। ਹਾਂਜੀ, ਉਹਦੇ 4-5 ਬੜੇ ਇੰਪੋਰਟੈਂਟ ਫੈਕਟਰਸ ਹੈ। ਪਹਿਲਾ ਫੈਕਟਰ ਤਾਂ ਇਹ ਹੈਗਾ ਕਿ ਜਿਹੜਾ 3 ਜਾਂ 3.2 ਬਿਲੀਅਨ ਡਾਲਰ ਜਿਹੜਾ ਸਾਡੇ ਉੱਥੇ ਇਨਵੈਸਟਮੈਂਟ ਹੈ, ਹਾਂਜੀ, ਉਹ ਇਨਵੈਸਟਮੈਂਟ ਸਾਨੂੰ ਡੁੱਬਦੀ ਨਜ਼ਰ ਆ ਰਹੀ ਹੈ। ਤੁਸੀਂ ਉਸ ਉਹਨਾਂ ਦੀ ਪਾਰਲੀਮੈਂਟ ਬਣਾਈ, ਆਪਾਂ ਉਸ ਦਿਨ ਵੀ ਡਿਸਕਸ ਕੀਤਾ ਸੀ। ਹਾਂਜੀ ਹਾਂਜੀ, ਇਨਫਰਾਸਟ੍ਰਕਚਰ ਡਿਵੈਲਪਮੈਂਟ ਕੀਤੀ ਸਾਰੀ, ਉਹ ਜਿਹੜੀ ਹੈਗੀ ਹੈ ਇੱਕ ਤਾਂ ਡੁੱਬਦੀ ਨਜ਼ਰ ਆ ਰਹੀ ਹੈ। ਯਾਨੀ ਕਿ ਇੱਕ ਜਿਹੜੀ ਗੁੱਡਵਿਲ ਜੈਸਚਰ ਦੇ ਤੌਰ ਤੇ ਇੰਨੀ ਵੱਡੀ ਇਨਵੈਸਟਮੈਂਟ ਇੰਡੀਆ ਨੇ ਕੀਤੀ ਸੀਗੀ ਪਿਛਲੇ 20 ਸਾਲਾਂ ਦੇ ਵਿੱਚ, ਹਾਂਜੀ ਹਾਂਜੀ, ਉਹ ਸਾਰੀ ਅਜਾਈ ਜਾਂਦੀ ਨਜ਼ਰ ਆ ਰਹੀ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜੇ ਇੰਡੀਅਨ ਅਫਗਾਨਿਸਤਾਨ ਚ ਹੈਗੇ ਇਸ ਵੇਲੇ ਜਾਂ ਰਹਿ ਗਏ ਹੈ, ਉਹਨਾਂ ਦੀ ਸਿਕਿਉਰਿਟੀ ਦਾ ਸਵਾਲ। ਠੀਕ, ਤੀਸਰੀ ਚੀਜ਼ ਇਹ ਹੈਗੀ ਹੈ ਕਿ ਇੰਡੀਆ ਜਿਹੜਾ ਸੈਂਟਰਲ ਏਸ਼ੀਆ ਦੇ ਵਿੱਚ ਆਪਣਾ ਫੁੱਟਪ੍ਰਿੰਟ ਲਿਜਾਉਣਾ ਚਾਹੁੰਦਾ ਸੀਗਾ ਥਰੂ ਅਫਗਾਨਿਸਤਾਨ, ਉਹ ਖਤਮ ਹੋ ਅੱਜ ਦੀ ਘੜੀ। ਹਾਂਜੀ, ਤੀਸਰੀ ਇੱਕ ਹੋਰ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਕਿ 2018 ਦੇ ਵਿੱਚ ਇਨਫੈਕਟ ਮਾਸਕੋ ਦੇ ਵਿੱਚ ਤਾਲਿਬਾਨ ਨੇ ਆਫਰ ਕੀਤੀ ਸੀਗੀ ਇੰਡੀਆ ਨੂੰ ਕਿ ਤੁਸੀਂ ਆਪਾਂ ਡੀਲ ਕਰੀਏ ਇੱਕ ਦੂਸਰੇ ਦੇ ਨਾਲ, ਲੇਕਿਨ ਉਸ ਵੇਲੇ ਇੰਡੀਆ ਨੇ ਉਹਨਾਂ ਨੂੰ ਬਿਲਕੁਲ ਕੋਈ ਘਾਹ ਨਹੀਂ ਪਾਇਆ
ਠੀਕ। ਅੱਜ ਉਹ ਤਿਆਰ ਨਹੀਂ ਹਨ ਇੰਡੀਆ ਨਾਲ ਡੀਲ ਕਰਨ ਵਾਸਤੇ ਇਸ ਵੇਲੇ ਦੀ ਜਿਹੜੀ ਸਿਚੁਏਸ਼ਨ। ਪਰ ਇੱਕ ਪ੍ਰੈਸਰ ਔਰ ਮੈਂ ਥੋੜੀ ਦੇਰ ਉਹਨਾਂ ਦੇ ਸਪੋਕਸਮੈਨ ਦਾ ਇੱਕ ਬਿਆਨ ਪੜਿਆ, ਉਹਨਾਂ ਕਿਹਾ ਵੀ ਇੰਡੀਆ ਨੂੰ ਆਪਣਾ ਸਾਡੇ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ ਹੈ। ਬਿਲਕੁਲ ਉਹਦੀ ਵਜ੍ਹਾ ਹੈਗੀ ਹੈ ਹਾਂਜੀ ਕਿ ਤਾਲਿਬਾਨ ਇਹ ਸਮਝਦੇ ਹਨ ਕਿ ਇੰਡੀਆ ਉੱਥੇ ਦੀ ਜਿਹੜੀ ਅਸ਼ਰਫ ਗਨੀ ਦੀ ਸਰਕਾਰ, ਜਿਹਨੂੰ ਕਿ ਉਹ ਪਪਟ ਗਵਰਨਮੈਂਟ ਕਹਿੰਦੇ ਸੀ, ਹਾਂਜੀ ਵੀ ਉਹਦੀ ਹਮਾਇਤ ਕਰਦਾ ਰਿਹਾ, ਉਹਦੀ ਸਪੋਰਟ ਕਰਦਾ ਰਿਹਾ, ਮਿਲੀਟੈਰੀਲੀ ਵੀ ਸਪੋਰਟ ਕਰਦਾ ਰਿਹਾ। ਜਿਵੇਂ ਕਿ ਇੰਡੀਆ ਦੇ ਹੈਲੀਕਾਪਟਰ ਗਨਸ਼ਿਪਸ ਫੜੀਆਂ ਗਈਆਂ ਉੱਥੇ ਜਾਂ ਜੋ ਕੁਝ ਵੀ ਆ, ਉਹ ਇੰਡੀਆ ਦੀ ਮਦਦ। ਲੇਕਿਨ ਉਹ ਕਹਿੰਦੇ ਵੀ ਉਹ ਸਾਡੇ ਅਗੇਂਸਟ ਜਿਹੜਾ ਹੈਗਾ ਇੰਡੀਆ ਦਾ ਅਸਲਾ ਜਾਂ ਜੋ ਵੀ ਹੈ ਇਸਤੇਮਾਲ ਕਰਦਾ ਰਿਹਾ। ਇੱਕ ਹੋਰ ਜਿਹੜੀ ਜਿੱਥੇ ਇੰਡੀਆ ਦਾ ਬਹੁਤ ਵੱਡਾ ਲਾਸ ਹੈ, ਜਿਹੜਾ ਕੈਪਟਨ ਰਵਿੰਦਰ ਸਿੰਘ ਦੇ ਦਿਮਾਗ ਦੇ ਵਿੱਚ ਹੋ ਸਕਦਾ ਹੋਵੇ ਹਾਂਜੀ ਜਦ ਉਹਨਾਂ ਨੇ ਗੱਲ ਕੀਤੀ ਕਿ ਇੰਡੀਆ ਨੇ ਜਿਹੜੀ ਪਾਕਿਸਤਾਨ ਦੇ ਖਿਲਾਫ ਇੱਕ ਸਟ੍ਰੈਟੇਜਿਕ ਡੈਪਥ ਥਰੂ ਅਫਗਾਨਿਸਤਾਨ ਕ੍ਰੀਏਟ ਕੀਤੀ ਸੀ, ਉਹ ਜਿਹੜੀ ਹੈਗੀ ਹੈ ਉਹ ਖਤਮ ਹੋ ਗਈ ਹੈ ਜਾਂ ਢਿੱਲੀ ਪੈ ਜਾਏਗੀ, ਕਿਉਂਕਿ ਅਫਗਾਨਿਸਤਾਨ ਦੀ ਟੈਰੀਟਰੀ ਨੂੰ ਇੰਡੀਆ ਅੰਡਰ ਦਾ ਤਾਲਿਬਾਨ ਉਸ ਤਰੀਕੇ ਦੇ ਨਾਲ ਇਸਤੇਮਾਲ ਨਹੀਂ ਕਰ ਪਾਏਗਾ ਜਿਵੇਂ ਕਿ ਅਸ਼ਰਫ ਗਨੀ ਜਾਂ ਹਾਮਿਦ ਕਰਜ਼ਈ ਦੀ ਸਰਕਾਰ ਦੇ ਅੰਡਰ ਕਰ, ਮਤਲਬ ਉੱਥੇ ਤਾਂ ਬਹੁਤ ਹੀ ਕਲੋਜ਼ ਕਨੈਕਸ਼ਨ ਸੀ। ਹਾਂਜੀ ਹਾਂਜੀ ਇਸ ਕਰਕੇ ਅੱਜ ਜਦ ਆਪਾਂ ਦੇਖੀਏ ਸਾਡੀ ਜਿਹੜੀ ਖਾਰਜਾ ਪਾਲਿਸੀ ਹੈ ਉਹ ਵਿਫਲ ਹੋਈ ਹੈ ਬੁਰੀ ਤਰ੍ਹਾਂ, ਹਾਂਜੀ ਕਿਉਂਕਿ ਔਰ ਉਹਦੇ ਪਰ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਉਹ ਸਾਡੀ ਆਪਣੀ ਡੋਮੈਸਟਿਕ ਪੋਲਿਟਿਕਸ ਦੀ ਹੈ। ਫॉर एग्जांपल ਹਾਂਜੀ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਹਨਾਂ ਨੇ ਤਾਲਿਬਾਨ ਨਾਲ ਇਸ ਕਰਕੇ ਡੀਲ ਨਹੀਂ ਕੀਤਾ ਕਿਉਂਕਿ ਜਿਹੜੀ ਬੀਜੇਪੀ ਦੀ ਡੋਮੈਸਟਿਕ ਕੋਰ ਵੋਟ ਬੈਂਕ ਹੈ ਹਾਂਜੀ। ਉਹਦੇ ਪਰ ਫਰਕ ਪੈਂਦਾ ਸੀ। ਪਰ ਇੱਕ ਗੱਲ ਮੈਨੂੰ ਤੁਸੀਂ ਦੱਸੋ ਵੀ ਯੂਏਈ ਨਾਲ ਕਿਵੇਂ ਕਰ ਲਿਆ ਫਿਰ ਇਹਨਾਂ ਨੇ? ਬਹੁਤ ਲੰਮੀਆਂ ਡੀਲ ਕੀਤੀਆਂ, ਵੱਡੀਆਂ ਵੱਡੀਆਂ ਡੀਲ ਕੀਤੀਆਂ ਕਿਹਨਾਂ ਨੇ ਜੀ? ਭਾਰਤ ਨੇ। ਦੇਖੋ ਯੂਏਈ ਦਾ ਇੱਕ ਡਿਫਰੈਂਟ ਮਸਲਾ ਹੈ। ਆਪਾਂ ਅਗਰ ਯੂਏਈ ਵਾਲੇ ਡਿਸਕਸ ਕਰਨਾ, ਮੈਂ ਤੁਹਾਨੂੰ ਦੱਸਦਾ ਯੂਏਈ ਦੇ ਵਿੱਚ ਇੰਡੀਅਨ ਜਿਹੜੇ ਹੈਗੇ ਬਹੁਤ ਲਾਰਜ ਕੁਆਂਟੀਟੀ ਦੇ ਵਿੱਚ। ਠੀਕ ਠੀਕ। ਇੰਡੀਅਨ ਸਕੂਲਸ, ਇੰਡੀਅਨ ਐਜੂਕੇਸ਼ਨ ਇੰਸਟੀਟਿਊਸ਼ਨਸ, ਮਤਲਬ ਇੰਡੀਅਨਸ ਉੱਥੇ ਦੀ ਲੋਕਲ ਪਾਪੂਲੇਸ਼ਨ ਨਾਲੋਂ ਜ਼ਿਆਦਾ ਨੇ ਯੂਏਈ ਦੇ ਵਿੱਚ। ਠੀਕ ਹੈ ਜੀ। ਔਰ ਯੂਏਈ ਵੀ ਆਪਣੇ ਆਪ ਨੂੰ ਇੱਕ ਪ੍ਰੋਗਰੈਸਿਵ ਕੰਟਰੀ ਕਹਿਲਾਉਣਾ ਚਾਹੁੰਦਾ, ਜਿਹਦੀ ਵਜ੍ਹਾ ਕਰਕੇ ਜਿਵੇਂ ਕਿ ਓਪਨ ਫ੍ਰੀ ਇਕਨੋਮੀ ਹੈ, ਦੁਬਈ, ਅਬੂ ਧਾਬੀ, ਸ਼ਾਰਜਾ, ਫੁਜੈਰਾ ਵਗੈਰਾ ਜਿਹੜੇ 7 ਇਹ ਛੋਟੇ ਛੋਟੇ ਉਸ ਜਿਹੜੇ ਇਕੱਠੇ ਹੋ ਕੇ ਯੂਏਈ ਬਣੇ ਹੈ, ਇਹਨਾਂ ਨਾਲ ਇਹਨਾਂ ਦੀ ਡੀਲ ਇਸ ਕਰਕੇ ਹੋ ਗਈ। ਫॉर एग्जांपल ਯੂਏਈ ਦੇ ਵਿੱਚ ਪਹਿਲਾ ਮੰਦਿਰ ਬਣਾਇਆ ਜਾ ਰਿਹਾ ਜਿਹੜਾ ਕਿ ਅਰਬ ਧਰਤੀ ਦੇ ਕਿਤੇ, ਯੂਏਈ ਦੀ ਆਪਣੀ ਇੱਕ ਪਾਲਿਸੀ। ਲੇਕਿਨ ਅੱਜ ਦੀ ਘੜੀ ਅਸੀਂ ਹੋ ਸਕਦਾ ਚੁੱਪ ਕਰਕੇ ਬੈਠ ਜਾਈਏ, ਸਾਨੂੰ ਕਿਤੇ ਨਾ ਕਿਤੇ ਲੈਵਲ ਤੇ ਅਫਗਾਨਿਸਤਾਨ ਨਾਲ ਡੀਲ ਕਰਨਾ ਪੈਣਾ, ਸਾਨੂੰ ਕੋਈ ਨਾ ਕੋਈ ਪਾਈਪਲਾਈਨ ਖੋਲਣੀ ਪੈਣੀ ਹੈ ਤਾਲਿਬਾਨ ਦੇ ਨਾਲ। ਨਹੀਂ ਤਾਲਿਬਾਨ ਜੇ ਡਾਕਟਰ ਸਾਹਿਬ ਇੱਕ ਗੱਲ ਹੈਗੀ ਵੀ ਹਾਮਦ ਕਰਜ਼ਈ ਉਹਦੇ ਵਿੱਚ ਹੈ ਜਿਹਦੇ ਨਾਲ ਇੰਡੀਆ ਦੇ ਚੰਗੇ ਸੰਬੰਧ ਰਹੇ, ਕਿ ਉਹਦੇ ਰਾਹੀਂ ਭਾਰਤ ਕੋਈ ਰਸਤਾ ਨਹੀਂ ਖੋਲੇਗਾ? ਦੇਖੋ ਖੁੱਲਣਾ ਚਾਹੀਦਾ, ਕਿਉਂਕਿ ਕੋਈ ਵੀ ਕੰਟਰੀ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਕੋਈ ਵੀ ਕੰਟਰੀ ਇੱਕ ਦੂਸਰੇ ਤੋਂ ਬਿਲਕੁਲ ਅਲੱਗ ਥਲੱਗ ਹੋ ਕੇ ਨਹੀਂ ਰਹਿ ਸਕਦੀ। ਹਾਂਜੀ। ਅਸੀਂ ਆਪਣੀ ਡੀਲਿੰਗ ਕਰਦੀਆਂ, ਹਰ ਕੰਟਰੀ ਦੂਸਰੇ ਕੰਟਰੀਜ਼ ਦੇ ਨਾਲ ਡੀਲ ਕਰ ਲੈ, ਫੋਰਨ ਪਾਲਿਸੀ ਬਣਾਉਂਦਾ ਹੈ ਔਨ ਦਾ ਬੇਸਿਸ ਆਫ ਨੈਸ਼ਨਲ ਇੰਟਰਸਟ। ਸਾਡਾ ਨੈਸ਼ਨਲ ਇੰਟਰਸਟ ਕੀ ਹੈ ਉਹਦੇ ਮੁਤਾਬਕ ਅਸੀਂ ਫੈਸਲਾ ਕਰਨਾ ਕਿ ਅਸੀਂ ਤਾਲਿਬਾਨ ਨਾਲ ਕਿੰਨਾ ਡੀਲ ਕਰਨਾ, ਕਿਸ ਹੱਦ ਤੱਕ ਡੀਲ ਕਰਨਾ ਔਰ ਕਿਹਨੂੰ ਵਿੱਚ ਬਚਾਓ ਲਿਆ ਕੇ ਡੀਲ ਕਰਨਾ। ਇੰਡੀਆ ਨੂੰ ਵੀ ਇਹ ਗੱਲ ਪਤਾ ਲੱਗ ਗਈ ਹੈ ਕਿ ਜਿਹੜੀ ਕਮੇਟੀ ਬਣੀ ਹੈ ਟ੍ਰਾਂਸਫਰ ਆਫ ਪਾਵਰ ਵਾਸਤੇ, ਉਹਦੇ ਵਿੱਚ ਹਾਮਦ ਕਰਜ਼ਈ ਹੈ, ਔਰ ਹਾਮਦ ਕਰਜ਼ਈ ਤਾਂ ਸ਼ਿਮਲੇ ਦਾ ਪੜਿਆ ਹੋਇਆ। ਹਾਂਜੀ ਹਾਂਜੀ ਹਾਂਜੀ। ਔਰ ਹਾਮਦ ਕਰਜ਼ਈ ਤਾਂ ਚੌਥੇ ਦਿਨ ਇੱਥੇ ਤੁਰਿਆ ਰਹਿਣਾ ਸੀਗਾ। ਇੱਥੇ ਯੂਨੀਵਰਸਿਟੀਆਂ ਦੀਆਂ ਜਿਹੜੀਆਂ ਹੈਗੀਆਂ ਕਨਵੋਕੇਸ਼ਨ ਦੀ ਪ੍ਰਧਾਨਗੀ ਕਰਦਾ ਰਿਹਾ ਐਜ਼ ਪ੍ਰੈਜ਼ੀਡੈਂਟ ਆਫ ਅਫਗਾਨਿਸਤਾਨ। तो इंडिया ਨੂੰ ਵੀ ਤਾਂ ਇੱਕ ਸਿਲਵਰ ਲਾਈਨਿੰਗ ਨਜ਼ਰ ਆਈ ਹੋਏਗੀ ਕਿ ਹਾਮਿਦ ਕਰਜ਼ਈ ਦੇ ਥਰੂ ਅਸੀਂ ਆਪਣੇ ਨੈਗੋਸ਼ੀਏਸ਼ਨ ਖੋਲ ਸਕਦੇ ਹਾਂ। ਲੇਕਿਨ ਇੰਡੀਆ ਵਾਸਤੇ ਇਹ ਬੜੀ ਵਿਡੰਬਨਾ ਦੀ ਸਥਿਤੀ ਹੋਏਗੀ ਕਿ ਉਹ ਜਿਹੜੀ ਕੱਟੜ ਹਿੰਦੂਤਵ ਦੀ ਪੋਲਿਟਿਕਸ ਕਰ ਰਹੀ ਜਿਹੜੀ ਸਰਕਾਰ ਹੈ ਉਹ ਤਾਲਿਬਾਨ ਨਾਲ ਕਿਸ ਮੂੰਹ ਨਾਲ ਜਾਏਗੀ ਔਰ ਕਿਸ ਮੂੰਹ ਦੇ ਨਾਲ ਜਿਹੜੀ ਹੈਗੀ ਆ ਆਪਣੇ ਕੋਰ ਵੋਟ ਬੈਂਕ ਨੂੰ
ਜਵਾਬ ਦੇਗੀ ਕਿ ਅਸੀਂ ਤਾਲਿਬਾਨ ਨਾਲ ਕਿਉਂ ਡੀਲ ਕਰ ਰਹੇ ਹਾਂ। ਪ੍ਰੈਸ ਸਾਹਿਬ, ਉਹ ਇੱਕ ਤਾਂ ਇੱਕ ਤਜਰਬਾ ਹੈਗਾ ਵੀ ਜਿਹੜੇ ਕੱਟੜ ਧਿਰਾਂ ਹੁੰਦੀਆਂ ਨਾ, ਉਹ ਦੋਨੇ ਇੱਕ ਦੂਜੀ ਧਿਰ ਨੂੰ ਪਸੰਦ ਵੀ ਕਰਦੀਆਂ ਹੁੰਦੀਆਂ ਕਿਤੇ ਨਾ ਕਿਤੇ। ਨਹੀਂ, ਉਹ ਤਾਂ ਮੈਂ ਤੁਹਾਨੂੰ ਦੱਸ, ਜਿਵੇਂ ਕਿ ਅੱਜ ਆਪਾਂ ਦੇਖੀਏ ਕਿ ਲਿਬਰਲ ਵਿਊ ਪੁਆਇੰਟ ਅੰਡਰ ਅਟੈਕ ਹੈ ਇੰਡੀਆ ਦੇ ਵਿੱਚ, ਹਾਂਜੀ, ਔਰ ਲਿਬਰਲ ਵਿਊ ਪੁਆਇੰਟ ਅੰਡਰ ਅਟੈਕ ਹੈ ਪਾਕਿਸਤਾਨ ਦੇ ਵਿੱਚ। ਬਿਲਕੁਲ। ਉਹਦੀ ਵਜ੍ਹਾ ਇਹ ਹੈਗੀ ਆ ਕਿ ਜਿਹੜੀ ਓਪਨ ਤੇ ਫ੍ਰੀ ਡਾਇਲੌਗ ਡਿਸਕਸ਼ਨ ਹੈ, ਉਹਨੂੰ ਕੱਟੜਵਾਦੀ ਸੋਚ ਦੇ ਲੋਕ ਕਦੇ ਵੀ ਪਸੰਦ ਨਹੀਂ ਕਰਦੇ। ਬਿਲਕੁਲ। ਉਹ ਚਾਹੇ ਕਿਸੇ ਵੀ ਵਿਚਾਰ, ਕਿਸੇ ਵੀ ਰਿਲੀਜਨ, ਚਾਹੇ ਉਹ ਰਿਲੀਜਨ ਬੇਸਡ ਹੋਵੇ, ਚਾਹੇ ਕਲਚਰ ਬੇਸਡ ਹੋਵੇ, ਚਾਹੇ ਕਿਸੇ ਵੀ ਬੇਸਡ ਹੋਵੇ। ਇਸ ਕਰਕੇ ਇੰਡੀਆ ਵਾਸਤੇ ਸਿਚੁਏਸ਼ਨ ਜਿਹੜੀ ਹੈਗੀ ਹੈ ਉਹ ਕਾਫੀ ਗੁੰਝਲਦਾਰ ਹੈ ਅੱਜ ਦੀ ਸਥਿਤੀ ਦੇ ਵਿੱਚ। ਹੁਣ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨਾ ਚਾਹੁੰਦਾ ਜਿਹੜੀ ਕਿ ਬੜੀ ਇੰਪੋਰਟੈਂਟ ਹੈ। ਉਹ ਗੱਲ ਇਹ ਹੈਗੀ ਹੈ ਕਿ ਪਾਕਿਸਤਾਨ ਨੇ ਇਹ ਗੱਲ ਕਹਿਤੀ, ਪਹਿਲਾਂ ਤਾਂ ਅਮਰੀਕਾ ਜਿਹੜਾ ਸੀਗਾ ਉਹਦਾ ਝੁਕਾਅ ਇੰਡੀਆ ਵੱਲ ਸੀਗਾ। ਪਾਕਿਸਤਾਨ ਨੇ ਕਿਹਾ ਕਿ ਠੀਕ ਹੈ ਜੀ, ਤੁਸੀਂ ਜੋ ਸਾਡੇ ਨਾਲ ਗੱਲ ਨਹੀਂ ਕਰਦੇ। ਫॉर एग्जांपल ਜੋ ਬਾਈਡਨ ਨੇ ਅੱਜ ਤੱਕ ਇਮਰਾਨ ਖਾਨ ਨਾਲ ਫੋਨ ਤੇ ਗੱਲ ਨਹੀਂ ਕੀਤੀ। ਹਾਂਜੀ, ਉਹਨਾਂ ਨੇ ਕਿਹਾ ਭਾਈ ਗੱਲ ਕਰੋ, ਕਹਿੰਦੇ ਨਹੀਂ ਜੀ ਅਸੀਂ ਮਤਲਬ ਅਸੀਂ ਯੂ ਆਰ ਵੈਰੀ ਗੁੱਡ ਫॉर ਅਸ, ਯੂ ਆਰ ਵੈਰੀ ਇੰਪੋਰਟੈਂਟ, ਲੇਕਿਨ ਗੱਲ ਨਹੀਂ। ਇਮਰਾਨ ਖਾਨ ਕਹਿੰਦਾ ਵੀ ਹੈਵ ਅਦਰ ਆਪਸ਼ਨਸ। ਠੀਕ। ਹੁਣ ਉਹ ਜਦੋਂ ਨੇ ਕਿਹਾ, ਇਮਰਾਨ ਖਾਨ ਨੇ ਜਦ ਅਮਰੀਕਾ ਨੂੰ ਕਿਹਾ ਕਿ ਤੁਸੀਂ ਆਉਨੇ ਹੋ ਤੇ ਇੱਥੇ ਅਫਗਾਨਿਸਤਾਨ ਦੇ ਵਿੱਚ ਗੰਦ ਪਾ ਕੇ ਚਲੇ ਜਾਂਦੇ ਹੋ, ਮੁੜ ਕੇ ਸਾਨੂੰ ਐਕਸਪੈਕਟ ਕਰਦੇ ਤੁਸੀਂ ਸਾਫ਼ ਕਰੋ। ਔਰ ਜਿਸ ਵੇਲੇ ਸਟ੍ਰੈਟੇਜਿਕ ਰਿਲੇਸ਼ਨਸ਼ਿਪ ਦੀ ਗੱਲ ਹੁੰਦੀ ਹੈ ਉਸ ਵੇਲੇ ਤੁਸੀਂ ਕਹਿੰਦੇ ਹੋ ਵੀ ਇੰਡੀਆ ਸਾਡਾ ਬੈਸਟ ਰਿਲੇਸ਼ਨ ਹੈ, ਸਟ੍ਰੈਟੇਜਿਕ ਪਾਰਟਨਰ। ਅਸੀਂ ਇਹ ਦੋ ਚੀਜ਼ਾਂ ਨਹੀਂ ਚੱਲਣ ਦਿਆਂ। ਠੀਕ ਠੀਕ। ਇਸ ਕਰਕੇ ਪਾਕਿਸਤਾਨ ਜਿਹੜਾ ਹੈਗਾ ਉਹ ਕਹਿੰਦਾ 80,000 ਤਾਂ ਅਸੀਂ ਬੰਦਾ ਮਰਵਾ ਲਿਆ। ਹਾਂਜੀ। 150 ਅਰਬ ਡਾਲਰ ਦਾ ਸਾਡਾ ਨੁਕਸਾਨ ਹੋ ਗਿਆ ਬਿਕੋਜ਼ ਆਫ ਅਫਗਾਨਿਸਤਾਨ। 40 ਲੱਖ ਬੰਦਾ ਅਸੀਂ ਅਫਗਾਨੀ ਜਿਹੜੇ ਹੈਗਾ ਲਈ ਬੈਠੇ ਆ। ਮੁੜ ਕੇ ਅਸੀਂ ਇਹ ਟੈਰਰਿਸਟ ਸਟੇਟ ਕਹਿਲਾਵੇ। ਬਿਲਕੁਲ। ਤਾਂ ਉਹ ਜਿਹੜੀ ਚੀਜ਼ ਹੈ ਹੁਣ ਨਹੀਂ ਹੋਏਗੀ, ਉਹਨਾਂ ਦੀ ਬੜੀ ਕਲੀਅਰ ਪਾਲਿਸੀ। ਲੇਕਿਨ ਇਹਦੇ ਵਿੱਚ ਇੱਕ ਬੜੀ ਜਿਹੜੀ ਗ੍ਰੇਟ ਗੇਮ ਹੈ ਨਾ ਜੰਮੂ ਸਾਹਿਬ, ਹਾਂਜੀ ਹਾਂਜੀ, ਉਹ ਸਾਹਮਣੇ ਆ ਰਹੀ ਹੈ ਕਿ ਸੈਂਟਰਲ ਏਸ਼ੀਆ ਔਰ ਇਸ ਖਿੱਤੇ ਦੇ ਵਿੱਚੋਂ ਅਮਰੀਕਾ ਦਾ ਸਫਾਇਆ ਹੋਣਾ। ਬਿਲਕੁਲ। ਮੇਰੇ ਖਿਆਲ ਅਮਰੀਕਾ ਦਾ ਬਹੁਤ ਵੱਡਾ ਫੁੱਟਫਾਲ ਸੀਗਾ ਅਫਗਾਨਿਸਤਾਨ। ਨਹੀਂ, ਇਹ ਇੱਕ ਪ੍ਰੈਸ ਸਾਹਿਬ ਜਿਹੜਾ ਸੀ ਜਿਹੜਾ ਅਮਰੀਕਾ ਇਜ਼ਰਾਈਲ ਇੰਡੀਆ ਦਾ ਇੱਕ ਟ੍ਰਾਇੰਗਲ ਬਣਦੀ ਸੀ, ਉਹਦਾ ਫਿਊਚਰ ਕੀ ਰਹਿ ਜਾਏਗਾ? ਦੇਖੋ ਗੱਲ ਇਹ ਹੈਗੀ ਹੈ ਕਿ 9/11 ਤੋਂ ਬਾਅਦ, ਹਾਂਜੀ, ਜਿਸ ਵੇਲੇ ਇੱਕ ਗਲੋਬਲ ਅਲਾਈਅੰਸ ਬਣਿਆ ਅਗੇਂਸਟ ਦਾ ਟੈਰਰ, ਹਾਂਜੀ, ਉਹਦੇ ਵਿੱਚ ਦੋ ਉੱਗੇ ਕੰਟਰੀ ਜਿਹੜੇ ਸਾਹਮਣੇ ਆਏ, ਇਜ਼ਰਾਈਲ ਔਰ ਇੰਡੀਆ। ਹਾਂਜੀ, ਇਹ ਕਹਿੰਦੇ ਅਸੀਂ ਸਭ ਤੋਂ ਜ਼ਿਆਦਾ ਅਫੈਕਟਡ ਹੈ ਟੈਰਰਿਜ਼ਮ ਤੋਂ, ਇਸ ਕਰਕੇ ਅਸੀਂ ਇਹਦੇ ਉਹ ਕਰਾਂਗੇ। ਉਹਦੇ ਵਿੱਚੋਂ ਇਜ਼ਰਾਈਲ, ਔਰ ਇੱਕ ਹੋਰ ਚੀਜ਼ ਹੈਗੀ ਹੈ ਕਿ ਜਿਵੇਂ ਜਿਵੇਂ ਵੀ ਬੀਜੇਪੀ ਆਰਐਸਐਸ ਦੀ ਸਰਕਾਰਾਂ ਆਈਆਂ ਇੰਡੀਆ ਦੇ ਵਿੱਚ, ਸਾਡੀਆਂ ਨਜ਼ਦੀਕੀਆਂ ਇਜ਼ਰਾਈਲ ਨਾਲ ਜ਼ਿਆਦਾ ਤੇਜ਼ੀ ਨਾਲ ਵਧੀਆਂ, ਜ਼ਿਆਦਾ ਕਨੈਕਟ ਹੋਈਆਂ। ਸਾਡਾ ਡਿਫੈਂਸ ਜਿਹੜਾ ਹੈਗਾ ਸੈਕੰਡ ਲਾਰਜੈਸਟ ਡਿਫੈਂਸ ਸਪਲਾਇਰ ਅੱਜ ਇਜ਼ਰਾਈਲ ਹੈ। ਉਹ ਤਾਂ ਜਸੂਸੀ ਤੱਕ ਵੀ ਚਲ ਗਈ ਹੈ ਜੀ। ਅੱਛਾ, ਹੋਰ ਬੜਾ ਕੁਝ ਹੈ। ਉਹ ਕਈ ਚੀਜ਼ਾਂ ਐਸੀਆਂ ਜਿਹੜੀਆਂ ਕਿ ਕਲਾਸੀਫਾਈਡ ਹੈ, ਹਾਂਜੀ, ਕਈ ਚੀਜ਼ਾਂ ਐਸੀਆਂ ਹੈਗੀਆਂ ਜਿਹੜੀਆਂ ਕਿ ਪਬਲਿਕ ਡੋਮੇਨ ਦੇ ਵਿੱਚ। ਹਾਂਜੀ। ਤਾਂ ਇੱਕ ਨਵਾਂ ਜਿਹੜਾ ਨੈਕਸਸ ਅਮਰਜ ਹੋਇਆ ਇੰਟਰਨੈਸ਼ਨਲ ਲੈਵਲ ਤੇ, ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ, ਉਹ ਅਮਰੀਕਾ, ਇੰਡੀਆ ਤੇ ਇਜ਼ਰਾਈਲ ਦਾ ਹੈ। ਉਹਨੂੰ ਕਾਊਂਟਰ ਕਰਨ ਵਾਸਤੇ ਜਦ ਪਾਕਿਸਤਾਨ ਇਜ਼ਰਾਈਲ ਦੇ ਪਾਕਿਸਤਾਨ ਜਿਹੜਾ ਹੈਗਾ ਉਹ ਅਮਰੀਕਾ ਦੇ ਸਰਕਲ ਚੋਂ ਬਾਹਰ ਨਿਕਲ ਗਿਆ, ਉਹਨਾਂ ਨੇ ਇੱਕ ਨਵੀਂ ਕਾਊਂਟਰ ਗੇਮ ਸ਼ੁਰੂ ਕੀਤੀ ਜਿਹਦੇ ਵਿੱਚ ਚਾਈਨਾ, ਰਸ਼ੀਆ, ਪਾਕਿਸਤਾਨ ਇਹ ਜਿਹੜੇ ਹੈਗੇ ਇਕੱਠਿਆਂ। ਚਾਈਨਾ ਨੂੰ, ਜਿੱਥੇ ਤੱਕ ਚਾਈਨਾ ਦਾ ਕਾਊਂਟਰ ਹੈਗਾ ਟੂ ਇੰਡੀਆ ਐਂਡ ਅਮਰੀਕਾ, ਉਹ ਦੋ ਜਗ੍ਹਾ ਤੇ ਹੈ। ਇੱਕ ਤਾਂ ਹੈਗਾ ਸਾਊਥ ਚਾਈਨਾ ਸੀ। ਸਾਊਥ ਚਾਈਨਾ ਸੀ ਦੇ ਵਿੱਚ ਅਮਰੀਕਾ ਜਿਹੜਾ ਹੈਗਾ ਆਪਣੀਆਂ ਫੋਰਸਿਸ ਲੈ ਜਾਂਦਾ ਹੈ, ਕਦੇ ਇੰਡੀਆ ਵੀ ਇੱਕ ਅੱਧਾ ਜਹਾਜ਼ ਆਪਣਾ ਭੇਜ ਦਿੰਦਾ ਉੱਥੇ, ਜਿਹਨੂੰ ਕਿ ਉਹ ਕਾਊਂਟਰ ਕਰਦੇ ਆ ਚਾਈਨਾ ਵਾਲੇ। ਉਧਰ ਚਾਈਨਾ ਨੇ ਕੀ ਕੀਤਾ ਹੈਗਾ ਕਿ ਪਾਕਿਸਤਾਨ ਤਾਂ ਪੱਕਾ ਕਬਜ਼ੇ ਚ ਆ ਗਿਆ। ਹਾਂਜੀ ਹਾਂਜੀ, ਕਬਜ਼ੇ ਚ ਇਨ ਦ ਸੈਂਸ ਗੁੱਡ ਰਿਲੇਸ਼ਨ, ਮਤਲਬ ਸਟ੍ਰੈਟੇਜਿਕ ਰਿਲੇਸ਼ਨਸ਼ਿਪ। ਹੁਣ ਅਫਗਾਨਿਸਤਾਨ ਵੀ ਆ ਜਾਣਾ, ਉਧਰ ਰਸ਼ੀਆ ਹੈ, ਈਰਾਨ ਦੀ ਅਮਰੀਕਾ ਨਾਲ ਵੈਸੇ ਨਹੀਂ ਬਣਦੀ, ਸੋ ਮੈਨੀ ਰੀਜ਼ਨਸ, ਉਹਦੇ ਵਿੱਚ ਇਜ਼ਰਾਈਲ ਵੀ ਇੱਕ ਰੀਜ਼ਨ ਹੈਗਾ। ਹਾਂਜੀ। ਤਾਂ ਇਸ ਇਲਾਕੇ ਦੇ ਵਿੱਚੋਂ
ਅਮਰੀਕਾ ਦਾ ਬਾਹਰ ਨਿਕਲਣਾ ਔਰ ਇਸ ਇਲਾਕੇ ਨੂੰ ਡਿਵੈਲਪ ਕਰਕੇ ਇੱਥੇ ਦੇ ਕਮਿਊਨੀਕੇਸ਼ਨ ਸਿਸਟਮ ਨੂੰ ਡਿਵੈਲਪ ਕਰਦੇ, ਜਿਹੜਾ ਪਾਕਿਸਤਾਨ ਦਾ ਚਾਬਹਾਰ ਪੋਰਟ ਹੈ, ਹਾਂਜੀ ਨਾ ਗਵਾਦਰ ਪੋਰਟ ਹੈ, ਸੌਰੀ ਨਾਟ ਚਾਬਹਾਰ, ਜਿਹੜਾ ਗਵਾਦਰ ਪੋਰਟ ਹੈ, ਹਾਂਜੀ ਗਵਾਦਰ ਪੋਰਟ ਇੱਕ ਬਹੁਤ ਵੱਡੀ ਬੰਦਰਗਾਹ ਇਹਨਾਂ ਨੇ ਡਿਵੈਲਪ ਕਰਨੀ ਹੈ ਫॉर ਟ੍ਰੇਡ ਆਫ ਸੈਂਟਰਲ ਏਸ਼ੀਅਨ, ਅਫਗਾਨਿਸਤਾਨ, ਚਾਈਨਾ ਵਿਦ ਦ ਰੈਸਟ ਆਫ ਦ ਵਰਲਡ। ਠੀਕ, ਇਹ ਮਤਲਬ ਇੱਕ ਗ੍ਰੇਟ ਗੇਮ ਹੈ। ਉਸ ਗੇਮ ਦੇ ਵਿੱਚ ਉਹ ਹੌਲੀ ਹੌਲੀ ਇਸ ਇਲਾਕੇ ਦੇ ਵਿੱਚੋਂ ਅਮਰੀਕਾ ਨੂੰ ਉਹਨਾਂ ਨੇ ਕਾਊਂਟਰ ਕਰਨਾ ਸ਼ੁਰੂ ਕਰਤਾ ਔਰ ਅਮਰੀਕਾ ਬਾਹਰ ਨਿਕਲ ਗਿਆ। ਇਹ ਇੱਕ ਗੇਮ ਜਿਹੜੀ ਹੈਗੀ ਹੈ, ਇਹ ਚਾਈਨਾ ਦੀ ਜਿਹੜੀ ਇੱਕ ਫੋਰਨ ਪਾਲਿਸੀ ਹੈ, ਫਿਊਚਰ ਫੋਰਨ ਪਾਲਿਸੀ, ਜਿਹਦੇ ਵਿੱਚ ਚਾਈਨਾ ਆਪਣੇ ਆਪ ਪ੍ਰੋਫੈਸਰ ਇੱਥੇ ਇੱਕ ਮੈਂ ਸਵਾਲ ਪੁੱਛਣਾ ਚਾਹੁੰਦਾ। ਇੰਡੀਆ ਪਹਿਲਾਂ ਸਿਲਕ ਰੂਟ ਚੋਂ ਬਾਹਰ ਆ ਗਿਆ ਸੀ, ਚੀਨ ਨਾਲ ਅਸੀਂ ਉਹਦੇ ਤੋਂ ਬਾਹਰ ਆ ਗਏ। ਹੁਣ ਆ ਜਿਹੜੀ ਹੈ ਨਵੀਂ ਸਥਿਤੀ ਹੈ, ਜਿਹੜੀਆਂ ਪਾਈਪਲਾਈਨਾਂ ਬਣਨੀਆਂ ਸੀਗੀਆਂ ਇੰਡੀਆ ਨੂੰ ਆਉਣੀਆਂ ਸੀ, ਇਹਦੇ ਨਾਲ ਉਹਦੇ ਤੋਂ ਵੀ ਬਾਹਰ ਹੋ ਜਾਏਗਾ। ਮੇਰਾ ਖਿਆਲ ਇੰਡੀਆ ਦੇ ਹਿੱਤਾਂ ਨੂੰ ਜ਼ਿਆਦਾ ਸੱਟ ਵੱਡੀ ਨਹੀਂ ਲੱਗੇਗੀ। ਇਹਦੇ ਵਿੱਚ ਤੁਸੀਂ ਤਿੰਨ ਇੰਪੋਰਟੈਂਟ ਚੀਜ਼ਾਂ ਹੈਗੀਆਂ। ਪਹਿਲੀ ਤਾਂ ਚੀਜ਼ ਹੈਗੀ ਹੈ ਕਿ ਜਿਹੜਾ ਚਾਈਨਾ ਨੇ ਪਾਕਿਸਤਾਨ ਦੇ ਨਾਲ ਕੋਰੀਡੋਰ ਬਣਾਇਆ, ਜਿਹਨੂੰ ਆਪਾਂ ਕਹਿੰਦੇ ਆ ਸੀ ਪੈਕ, ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ। ਉਹ ਕੋਰੀਡੋਰ ਦੇ ਵਿੱਚ ਇੰਡੀਆ ਨੂੰ ਕਿਹਾ ਵੀ ਤੁਸੀਂ ਵੀ ਸ਼ਾਮਿਲ ਹੋ ਜਾਓ। ਇੰਡੀਆ ਕਹਿੰਦਾ ਅਸੀਂ ਸ਼ਾਮਿਲ ਨਹੀਂ ਹੋਣਾ। ਕਿਉਂ ਨਹੀਂ ਹੋਣਾ? ਉਹ ਕਿਉਂ ਨਹੀਂ ਹੋਣਾ? ਉਹ ਕਹਿੰਦੇ ਵੀ ਜਿਹੜੀ ਸੜਕ ਤੁਸੀਂ ਕੱਢ ਰਹੇ ਹੋ ਉਹ ਤਾਂ ਪਾਕਿਸਤਾਨ ਜਿਹੜਾ ਆਕੂਪਾਈਡ ਕਸ਼ਮੀਰ ਹੈ, ਪੀਓਕੇ, ਉਹਦੇ ਵਿੱਚੋਂ ਕੱਢ ਰਹੇ ਆ। ਪੀਓਕੇ ਤਾਂ ਸਾਡੀ ਟੈਰੀਟਰੀ ਹੈ, ਤੁਸੀਂ ਸੱਤ ਦੇ ਪਿੱਛੋਂ ਪੁੱਛੇ ਬਿਨਾਂ ਕਿਵੇਂ ਕੱਢ ਰਹੇ ਹੋ? ਉਹ ਕਹਿੰਦੇ ਜਾਓ ਅਸੀਂ ਕੱਢ ਲਈ ਸੜਕ। ਉਹਨਾਂ ਨੇ ਬਹੁਤ ਵੱਡੀ ਜਿਹੜੀ ਹੈਗੀ ਹੈ ਇੱਕ ਕੋਰੀਡੋਰ ਖੜਾ ਕਰ ਲਿਆ। ਨੰਬਰ 1। ਹੁਣ ਤੁਹਾਨੂੰ ਮੈਂ ਦੱਸਦਾ ਪਾਈਪਲਾਈਨਾਂ ਦੀ ਗੱਲ, ਜਿਹੜੀ ਕਿ ਮੈਕਸਿਮਮ ਸਟ੍ਰੈਟੇਜਿਸਟ ਇਸ ਚੀਜ਼ ਨੂੰ ਇਗਨੋਰ ਕਰਦੇ। ਸੈਂਟਰਲ ਏਸ਼ੀਆ ਜਿਹੜਾ ਹੈਗਾ, ਇਟ ਇਜ਼ ਫੁੱਲ ਆਫ ਆਇਲ ਐਂਡ ਨੈਚੁਰਲ ਗੈਸ। ਅਮਰੀਕਾ ਨੂੰ ਵੀ ਆਇਲ ਤੇ ਨੈਚੁਰਲ ਗੈਸ ਉੱਥੇ ਦਾ ਚਾਹੀਦਾ। ਇਹਨਾਂ ਦੀ ਸਕੀਮ ਇਹ ਸੀਗੀ ਕਿ ਅਸੀਂ ਇੱਕ ਪਾਈਪਲਾਈਨ ਵਿਛਾਈਏ ਜਿਹੜੀ ਕਿ ਜਿਹਨੂੰ ਕਹਿੰਦੇ ਆ ਟਾਪੀ, TAPI, ਤਾਜਿਕਿਸਤਾਨ, ਅਫਗਾਨਿਸਤਾਨ, ਪਾਕਿਸਤਾਨ, ਇੰਡੀਆ ਪਾਈਪਲਾਈਨ, ਜਿਹਦੇ ਵਿੱਚੋਂ ਤੇਲ ਤੇ ਨੈਚੁਰਲ ਗੈਸ ਵਗੈਰਾ। ਡਾਕਟਰ ਸਾਹਿਬ, ਇਸ ਪਾਈਪਲਾਈਨ ਦੀ ਗੱਲ ਉਸ ਸਮੇਂ ਵੀ ਚੱਲੀ ਜਦੋਂ ਬਿਲ ਕਲਿੰਟਨ ਅਮਰੀਕਾ ਦੇ ਰਾਸ਼ਟਰਪਤੀ ਸੀ, ਉਸ ਸਮੇਂ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਇਸ ਪਾਈਪਲਾਈਨ ਬਾਰੇ। ਈਵਨ ਜਿਸ ਵੇਲੇ ਨਵਾਜ਼ ਸ਼ਰੀਫ ਕੋਲ ਪਾਵਰ ਆਈ ਹੈ, ਉਹਨਾਂ ਨੇ ਕਿਹਾ ਸੀਗਾ ਇਹ ਪਾਈਪਲਾਈਨ ਅਸੀਂ ਕੰਟੀਨਿਊ ਰੱਖਾਂਗੇ, ਇਹਦੇ ਪਰ ਕੰਮ ਕਰਾਂਗੇ। ਲੇਕਿਨ ਇੰਡੀਆ ਦਾ ਜਿਹੜਾ ਵਸਵਸਾ ਹੈ ਉਹ ਇਹ ਹੈ ਕਿ ਪਾਕਿਸਤਾਨ ਦੇ ਹੱਥ ਚ ਪਾਕਿਸਤਾਨ ਚ ਨੂੰ ਪਾਈਪਲਾਈਨ ਲੰਘਣੀ ਹੈ ਤਾਂ ਕਿਸੇ ਵੀ ਵੇਲੇ ਬੰਦ ਕਰ ਸਕਦੇ। ਉਹ ਨਹੀਂ ਸੀ। ਹੁਣ ਅਫਗਾਨਿਸਤਾਨ ਜਿਸ ਵੇਲੇ ਇੰਡੀਆ ਤੋਂ ਦੂਰ ਚਲਾ ਗਿਆ ਸਟ੍ਰੈਟੇਜਿਕਲੀ, ਤਾਂ ਉਹ ਪਾਈਪਲਾਈਨ ਦਾ ਫਿਊਚਰ ਵੀ ਡਾਰਕ ਹੋ ਗਿਆ। ਠੀਕ। ਦੂਸਰੀ ਪਾਈਪਲਾਈਨ ਸੀ IPI, ਈਰਾਨ ਪਾਕਿਸਤਾਨ ਇੰਡੀਆ ਪਾਈਪਲਾਈਨ। ਇਹਨਾਂ ਨੇ ਆ ਕੇ ਰੁਕਣਾ ਸੀਗਾ ਅਬੋਰ ਦੇ ਕੋਲ ਪੰਜਾਬ ਦੇ ਵਿੱਚ। ਇੱਥੋਂ ਫਿਰ ਵੱਡਾ ਡਿਪੂ ਬਣਨਾ ਥਾ ਨੈਚੁਰਲ ਗੈਸ ਤੇ ਤੇਲ ਦਾ, ਜਿੱਥੋਂ ਕਿ ਇਹ ਸਾਰੀ ਕੰਟਰੀ ਦੇ ਵਿੱਚ ਜਾਣਾ ਥਾ। IPI ਜਿਹੜੀ ਹੈਗੀ ਹੈ ਉਹ ਵੀ ਹੁਣ ਖਟਾਈ ਚ ਪੈਂਦੀ ਨਜ਼ਰ ਆ ਰਹੀ ਹੈ, ਜਿਹਦੀ ਵਜ੍ਹਾ ਕਰਕੇ ਆਪਾਂ ਇਹ ਦੇਖਿਆ ਵੀ ਸਟ੍ਰੈਟੇਜਿਕਲੀ ਵੀ ਇਕਨੋਮਿਕਲੀ ਵੀ ਸਾਡਾ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੈਗਾ ਇੰਡੀਆ ਦਾ ਹੋਇਆ ਤਾਲਿਬਾਨ ਦਾ ਅਫਗਾਨਿਸਤਾਨ ਦੇ ਵਿੱਚ ਆਉਣ ਦਾ। ਹਾਂ, ਅਗਰ ਕੱਲ ਨੂੰ ਤਾਲਿਬਾਨ ਦੇ ਨਾਲ ਇਹ ਡੀਲ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਆ, ਉਹਨਾਂ ਦੀ ਫੋਰਨ ਪਾਲਿਸੀ ਸਾਡੇ ਪ੍ਰਤੀ ਕੀ ਹੋਏਗੀ ਜਾਂ ਸਾਡੀ ਉਹਨਾਂ ਦੇ ਪ੍ਰਤੀ, ਉਹ ਫਿਊਚਰ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਮਹੀਨਿਆਂ ਦੇ ਵਿੱਚ ਪਤਾ ਲੱਗ ਜਾਏਗਾ ਕਿ ਘਟਨਾਕ੍ਰਮ ਜਿਹੜਾ ਹੈਗਾ ਕਿੱਧਰ ਨੂੰ ਜਾਂਦਾ। ਠੀਕ। ਸੋ ਡਾਕਟਰ ਸਾਹਿਬ, ਇੱਕ ਲਾਈਨ 'ਚ ਤੁਸੀਂ ਕਨਕਲੂਡ ਕਰ ਦਿਓ ਵੀ ਫਾਈਨਲ ਕੀ ਕਿੱਧਰ ਨੂੰ ਜਾਏਗਾ ਸਾਰਾ ਮਾਮਲਾ? ਫਾਈਨਲ ਗੱਲ ਇਹ ਹੈ ਜੀ ਕਿ ਅਫਗਾਨਿਸਤਾਨ ਜਿਹੜਾ ਹੈਗਾ ਉਹਦੇ ਵਿੱਚ ਤਾਲਿਬਾਨ ਇਫੈਕਟਿਵਲੀ ਕਾਬਜ਼ ਹੋ ਚੁੱਕੇ ਹਨ ਔਰ ਹੁਣ ਉਹਨਾਂ ਨੇ ਡਿਸਾਈਡ ਕਰਨਾ ਹੈ ਕਿ ਉਹ ਕਿਸ ਕੰਟਰੀ ਦੇ ਨਾਲ ਕਿਵੇਂ ਡੀਲ ਕਰਨਗੇ ਔਨ ਦਾ ਬੇਸਿਸ ਆਫ ਕਿ ਪਿਛਲੇ 20 ਸਾਲਾਂ ਦੇ ਵਿੱਚ ਕਿਸ ਕੰਟਰੀ ਦਾ ਵਤੀਰਾ ਉਹਨਾਂ ਪ੍ਰਤੀ ਕੀ ਰਿਹਾ ਹੈ। ਨੈਚੁਰਲੀ ਦੇ ਵਿਲ ਪੇ ਬੈਕ ਥਰੂ देयर ਫੋਰਨ ਪਾਲਿਸੀ। ਠੀਕ। ਪ੍ਰੋਫੈਸਰ ਸਾਹਿਬ, ਸਾਡੇ ਨਾਲ ਇਹ ਸ਼ੋਅ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਅਸੀਂ ਤੁਹਾਡੇ ਕੋਲੋਂ ਤੇ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ। ਬਹੁਤ ਬਹੁਤ ਧੰਨਵਾਦ।